ਹੋਰਨਾਂ ਦਿਨਾਂ ਵਰਗਾ ਹੀ ਦਿਨ। ਪੌ ਫੁੱਟੀ, ਦੁੱਧਾਂ ਪੁੱਤਾਂ ਵਾਲੀਆਂ ਜਾਗੀਆਂ, ਮੋਗਿਆਂ ਵਿੱਚ ਦੀ ਧੂੰਏਂ ਨਿਕਲਣ ਲੱਗੇ, ਮਧਾਣੀਆਂ ਖੜਕੀਆਂ। 2-3 ਵਾਰੀ ਮੈਂਸ ਰਿੰਗੀ ਤਾਂ ਨਰੈਣ ਦੀ ਅੱਖ ਖੁੱਲ੍ਹ ਗਈ। ਉਸਨੇ ਦੇਖਿਆ ਤਾਂ ਨਾ ਦੀਵਾ ਡੰਗਿਆ ਹੋਇਆ ਸੀ, ਨਾ ਚਾਹ ਧਰੀ ਹੋਈ ਸੀ। ਮੈਂ ਦੀ ਧਾਰ ਵੀ ਨਹੀਂ ਸੀ ਕੱਢੀ, ਜਿਸ ਕਰਕੇ ਉਹ ਰਿੰਗ ਰਹੀ ਸੀ। ਭਾਨੋ ਉਸੇ ਤਰ੍ਹਾਂ ਸੁੱਤੀ ਹੋਈ ਸੀ। ਅੱਗੇ ਤਾਂ ਕਦੇ ਇਉਂ ਨਹੀਂ ਸੀ ਹੋਇਆ। ਥੱਕ ਗਈ ਵਿਆਹ 'ਚ ਕੰਮ ਕਰਦੀ। ਨਰੈਣ ਨੂੰ ਖਿਆਲ ਆਇਆ, ਭਾਨੋ ਉੱਠ, ਦਿਨ ਚੜ੍ਹ ਗਿਆ। ਉਸਨੇ ਭਾਨੋ ਦੀ ਬਾਂਹ ਹਲੂਣ ਕੇ ਆਖਿਆ। ਭਾਨੋ ਹੜਬੜਾ ਕੇ ਉੱਠ ਬੈਠੀ। ਕਾਹਲੀ ਕਾਹਲੀ ਉਸਨੇ ਦੀਵਾ ਡੰਗਿਆ, ਅੱਗ ਬਾਲ ਕੇ ਚਾਹ ਧਰੀ, ਦੁੱਧ ਪੁਰੰਨਿਆ। 4 ਗੇੜੇ ਦੇ ਕੇ ਉਸਨੇ ਨਰੈਣ ਨੂੰ ਕਿਹਾ, ਅੱਜ ਜੀ ਤੂੰ ਨਹੀਂ ਰਿੜਕ ਲੈਂਗਾ ਦੁੱਧ? ਮੇਰੀਆਂ ਤਾਂ ਬਾਹਾਂ ਜਾਣੀ ਕੰਮ ਜਿਹਾ ਨਹੀਂ ਕਰਦੀਆਂ। ਬਾਹਾਂ ਨੂੰ ਕੀ ਦੋਸ਼ ਹੈ? ਥੋੜਾ ਟੁੱਟ ਕੇ ਮਰੀਆਂ ਵਿਆਹ 'ਚ। ਐਡਾ ਕਿ ਕਿਸੇ ਸਹੁਰੇ ਤੋਂ ਇਨਾਮ ਲੈਣਾ ਸੀ। ਤੂੰ ਪਹਿਲਾਂ ਚਾਹ ਕਰ ਦੇ, ਅਮਲ ਦਾ ਭੋਰਾ ਲੈ ਕੇ ਮੈਂ ਦੇ ਦੇਣਾ 4 ਗੇੜੇ। ਭਾਨੋ ਉੱਠ ਕੇ ਧਾਰ ਕੱਢਣ ਜਾ ਲੱਗੀ। ਮੱਝ ਨੇ ਕਈ ਵਾਰੀ ਬੂਥੀ ਭਾਨੋ ਵੱਲ ਮੋੜੀ। ਉਸਨੂੰ ਅੱਗੇ ਵਾਂਗ ਮੱਝ ਦੇ ਮੂੰਹ 'ਤੇ 1-2 ਧਾਰਾਂ ਮਾਰਨ ਦਾ ਅੱਜ ਖਬਰੇ ਚੇਤਾ ਹੀ ਨਹੀਂ ਸੀ ਰਿਹਾ। ਉਹ ਚੁੱਪ ਕੀਤੀ ਧਾਰ ਕੱਢਦੀ ਰਹੀ। ਹਾਰ ਕੇ ਮੱਝ ਨੇ ਲੱਤ ਜਿਹੀ ਮਾਰੀ, ਸਾਰੀ ਬਾਲਟੀ ਮੁੱਧ ਗਈ। ਭਾਨੋ ਭੁਮੱਤਰਿਆਂ ਵਾਂਗ ਉੱਠ ਖੜੀ ਹੋਈ। ਫੁੱਟੇ ਹੋਏ ਨੇ ਤੇਰੇ ਦੀਦੇ, ਸਾਰਾ ਦੁੱਧ ਢਲਾਤਾ, ਨਰੈਣ ਨੇ ਮੰਜੇ ਤੋਂ ਉੱਠਦਿਆਂ ਕਿਹਾ। ਭਾਨੋ ਗੁਨਾਹਗਾਰਾਂ ਵਾਂਗ ਚੁੱਲ੍ਹੇ ਮੂਹਰੇ ਆ ਬੈਠੀ ਤੇ ਪਤੀਲੀ ਵਿੱਚ ਚਾਹ ਤੇ ਗੁੜ ਪਾਇਆ। ਨਰੈਣ ਨੇ ਮੋਗਰੀ ਚੁੱਕ ਕੇ 5-7 ਖਾਸੀਆਂ ਕਰਾਰੀਆਂ ਮੱਝ ਦੀਆਂ ਟੰਗਾਂ ਉੱਤੇ ਲਾਈਆਂ। ਭਾਨੋ ਵਿੱਚ ਉੱਠ ਕੇ ਹਟਾਉਣ ਦੀ ਵੀ ਜਿਵੇਂ ਹਿੰਮਤ ਨਹੀਂ ਸੀ। ਉਸ ਦਿਨ ਉਹਨਾਂ ਨੇ ਚਾਹ ਵੀ ਮਾਰੂ ਹੀ ਪੀਤੀ। ਭਾਨੋ ਨੇ ਖਿੰਡਦੇ ਹੱਥਾਂ ਪੈਰਾਂ ਨਾਲ ਕਰਦਾ ਕੰਮ ਧੰਦਾ ਮੁਕਾਇਆ। ਫਿਰ ਉਹ ਨਰੈਣ ਦੀ ਮਾਂ ਦਾ ਸੰਦੂਕ ਖੋਲ੍ਹ ਕੇ ਬੈਠ ਗਈ। ਸੰਦੂਕ ਵਿੱਚ 2 ਖੱਦਰ ਦੀਆਂ ਫੁਲਕਾਰੀਆਂ ਸਨ, ਇੱਕ ਨੀਲੇ ਚਿੱਟੇ ਡੱਬਿਆਂ ਦੀ ਦਰੀ ਸੀ, 2 ਕੁੜਤੀਆਂ ਸਨ, ਝੋਨੇ ਪਏ ਸਨ, ਇੱਕ ਸੂਫ ਦਾ ਅਧੋਰਾਣਾ ਜਿਹਾ ਘੱਗਰਾ ਸੀ, 4 ਘਰ ਬਣੇ ਫਿੱਟ ਚੁੱਕੇ ਰੰਗਾਂ ਵਾਲੇ ਨਾਲੇ ਸਨ, ਇੱਕ ਬੋਈਆ ਸੀ, ਬੋਈਏ ਵਿੱਚ ਇੱਕ ਛੀਂਟ ਦੀ ਲੀਰ ਦੇ ਲੜ, ਇੱਕ ਚਾਂਦੀ ਦਾ ਤਵੀਤ ਸੀ, ਇੱਕ ਸਿੱਪੀ ਸੀ, ਇੱਕ ਕਾਲਾ ਮਣਕਾ ਸੀ, ਇੱਕ ਸੇਰ ਦੀ ਨੌਂਦਰ ਸੀ, ਜਿਵੇਂ ਕਿਸੇ ਜਵਾਕ ਦੇ ਗਲ ਪਾਉਣ ਲਈ ਇਹ ਸਭ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਹੋਣ। ਭਾਨੋ ਕਿੰਨਾ ਚਿਰ ਸੰਦੂਕ ਵਿੱਚੋਂ ਨਿਕਲੀਆਂ ਚੀਜ਼ਾਂ ਨੂੰ ਸੰਵਾਰ ਕੇ ਦੇਖਦੀ ਰਹੀ। ਫਿਰ ਜਿਵੇਂ ਕੱਢੀਆਂ ਸਨ ਉਵੇਂ ਮੋੜ ਕੇ ਸੰਦੂਕ ਵਿੱਚ ਪਾ ਦਿੱਤੀਆਂ। ਸੰਦੂਕ ਨੂੰ ਮੁੜ ਉਸੇ ਤਰ੍ਹਾਂ ਜਿੰਦਰਾ ਮਾਰ ਦਿੱਤਾ। ਕੁੰਜੀ ਕੋਠੀ ਵਿੱਚ ਹੀ ਕੁੱਜੇ ਵਿੱਚ ਧਰ ਦਿੱਤੀ, ਜਿੱਥੇ 1-2 ਹੋਰ ਵੀ ਪੁਰਾਣੀਆਂ ਕੁੰਜੀਆਂ ਪਈਆਂ ਸਨ। ਬਾਹਰ ਬੇਹੀ ਵਿੱਚ ਲੋਹੇ ਦਾ ਸਮਾਨ ਵੇਚਦੀ ਗੱਡੀਆਂ ਵਾਲੀ ਨੇ ਹੋਕਾ ਦਿੱਤਾ। ਭਾਨੋ ਦੇ ਦਰ ਵੜਦੀ ਸੰਤੀ ਨੇ ਉਸ ਨੂੰ ਹਾਕ ਮਾਰੀ, ਆ ਜਾ ਕੁੜੇ, ਇੱਧਰ ਆ ਜਾ। ਭਾਨੋ ਘਰ ਹੀ ਐ, ਕਹਿੰਦੀ ਸੰਤੀ ਉਸ ਦੇ ਵਿਹੜੇ ਵਿੱਚ ਜਾ ਖੜੀ। ਆਹੋ ਬੇਬੇ, ਆ ਜਾ। ਭਾਨੋ ਨੇ ਬਾਹਰ ਨਿਕਲ ਕੇ ਸੰਤੀ ਲਈ ਮੰਜਾ ਡਾਹੁੰਦਿਆਂ ਕਿਹਾ। ਪਿੰਜਣੀਆਂ ਤੱਕ ਦੀ ਕਾਲੀ ਘੱਗਰੀ ਪਾਈ ਗੱਡੀਆਂ ਵਾਲੀ ਹੱਥ ਵਿੱਚ ਚਿਮਟਾ ਖੁਰਚਣਾ ਫੜੀ ਅੰਦਰ ਆ ਵੜੀ। ਕਿਵੇਂ ਦਿੱਤਾ ਖੁਰਚਣਾ? ਸੰਤੀ ਨੇ ਪੁੱਛਿਆ। 2 ਸ਼ੇਰ ਦਾਣਿਆਂ ਦਾ। 2 ਸ਼ੇਰ ਨਾ 5 ਸ਼ੇਰ, ਤੇਰੇ ਭਾ ਦੀ ਲੁੱਟ ਪਈ ਐ। ਭਾ ਤਾਂ ਦੇਖ ਦਾਣਿਆਂ ਦਾ। ਬੇਬੇ ਥੰਮ ਪਾਈਆ ਘਾਟ ਦੇ ਦੀ, ਮੈਂ ਤਾਂ 1 ਸ਼ੇਰ ਦਿਉ, ਤੇਰੀ ਮਰਜ਼ੀ ਐ, ਦੇਣਾ ਦੇ ਜਾ, ਨਹੀਂ ਆ ਚੁੱਕ। ਸੰਤੀ ਨੇ ਖੁਰਚਣਾ ਉਸ ਵੱਲ ਸੁੱਟਦਿਆਂ ਕਿਹਾ। ਨਾ ਥਾਰੀ ਨਾ ਮਾਰੀ, ਚੱਲ ਤੂੰ 1.5 ਸ਼ੇਰ ਦੇ ਦੀ। ਨਾ, ਪੂਰਾ 1 ਸ਼ੇਰ। ਚੱਲ ਲੈ, ਤੂੰ 1.25 ਸ਼ੇਰ ਦੇ ਦੀ। ਗੱਡੀਆਂ ਵਾਲੀ ਨੇ ਖੁਰਚਣਾ ਉਸਦੇ ਹੱਥ ਫੜਾਉਂਦਿਆਂ ਕਿਹਾ। ਮੈਂ ਤਾਂ ਇੱਕੋ ਗੱਲ ਆਖਤੀ ਬਈ ਸ਼ੇਰ 1 ਦੂੰ ਦਾਣੇ। ਮਰਜ਼ੀ ਐ, ਦੇ ਜਾ, ਨਹੀਂ ਤਾਂ ਹੋਰ ਬਥੇਰੀਆਂ ਆ ਜਾਣਗੀਆਂ ਤੇਰੀਆਂ ਭੈਣਾਂ। ਚੱਲ ਤੂੰ ਲੈ ਲੈ, 1 ਰੋਟੀ ਤੋਂ ਦੇ ਹੀ ਦੇਂਗੀ ਨਾ। ਆਹੋ, ਇਹ ਮੰਨੀ, ਨਾਲ ਲੱਸੀ ਵੀ ਪਿਆ ਦੂੰ। ਆਖ ਸੰਤੀ ਖੁਰਚਣਾ ਫਣੀ ਆਪਣੇ ਘਰ ਵੱਲ ਨੂੰ ਤੁਰ ਪਈ। ਥਾਂਬੀ ਲੈ ਲੈ ਕੋਈ ਚਿਮਟਾ ਝਾਰਨਾ। ਗੱਡੀਆਂ ਵਾਲੀ ਨੇ ਗਾਂਢੀ ਚੁੱਕਦਿਆਂ ਭਾਨੋ ਨੂੰ ਪੁੱਛਿਆ। ਅਗਲੀ ਵਾਰੀ ਜਦੋਂ ਤੂੰ ਆਈ ਫੇਰ ਲਊਂਗੀ। ਭਾਨੋ ਨੇ ਹੱਸ ਕੇ ਆਖਿਆ। ਅਗਲੀ ਵਾਰੀ ਕੀ ਰਾਮ ਜਾਣੇ, ਕੌਣ ਹੋਗਾ ਕੌਣ ਨਾ ਹੋਗਾ, ਤੂੰ ਇਹ ਵੀ ਲੈ ਲੈ। ਨਾ ਭੈਣੇ, ਕੁਛ ਨਹੀਂ ਚਾਹੀਦਾ। ਭਾਨੋ ਨੇ ਧਰਤੀ ਨੂੰ ਹੱਥ ਲਾ ਕੇ ਉੱਠਦਿਆਂ ਕਿਹਾ। ਫਿਰ ਉਸਨੇ ਹੱਥ ਚੁੱਕ ਕੇ ਹਾਥ ਕਰਕੇ ਥੰਮਲੇ ਉੱਤੇ ਬੈਠੇ ਬੋਲਦੇ ਕਬੂਤਰਾਂ ਨੂੰ ਉਡਾਇਆ। ਉਸਨੇ ਸੁਣਿਆ ਹੋਇਆ ਸੀ ਘਰ ਵਿੱਚ ਕਬੂਤਰ ਬੋਲਦੇ ਮਾੜੇ ਹੁੰਦੇ ਨੇ, ਇਹ ਉਜਾੜ ਭਾਲਦੇ ਨੇ। ਆਥਣੇ ਉਹ ਗੁਰਦੁਆਰੇ ਚਲੀ ਗਈ। ਥੋੜਾ ਚਿਰ ਬੈਠੀ ਉਹ ਪਾਠ ਸੁਣਦੀ ਰਹੀ। ਫਿਰ ਉਸਨੇ ਗੁਰਦੁਆਰੇ ਦਾ ਬਗਲ ਸੰਭਰਿਆ। ਹਾਲਟੀ ਦੇ ਆਲੂ ਵਿੱਚੋਂ ਪਾਣੀ ਦੀਆਂ ਬਾਲਟੀਆਂ ਭਰ ਬੂਟਿਆਂ ਵਿੱਚ ਪਾਉਂਦੀ ਰਹੀ। ਮੇਰੀ ਕੋਠੜੀ ਵੀ ਸੰਭਰ ਜਾਇਆ ਕਰ ਭਾਈ।
ਅੱਧ ਖੜ ਜਿਹੇ ਭਾਈ ਨੇ ਗੁਰਦੁਆਰੇ ਤੋਂ ਵਗਲ ਵਿੱਚ ਆ ਕੇ ਉਸ ਨੂੰ ਪ੍ਰਸਾਦ ਦਿੰਦਿਆਂ ਕਿਹਾ, ਚੰਗਾ ਬਾਬਾ ਜੀ। ਭਾਨੋ ਨੇ ਬਿਨਾਂ ਉਸ ਵੱਲ ਤੱਕਦਿਆਂ ਪ੍ਰਸ਼ਾਦ ਲੈਂਦਿਆਂ ਆਖਿਆ, ਮੇਰਾ ਖਿਆਲ ਹੈ ਵਿਆਹ 'ਚ ਬਾਲਾ ਕੰਮ ਕਰਦੀ ਥੱਕ ਗਈ। ਭਾਨੋ ਨੂੰ ਹੌਲੀ ਹੌਲੀ ਤੁਰੀ ਆਉਂਦੀ ਦੇਖ ਬਚਨੀ ਨੇ ਆਪਣੇ ਵਿਹੜੇ ਵਿੱਚੋਂ ਹੀ ਕਿਹਾ, ਨਹੀਂ ਬਚਨੀ, ਮੇਰਾ ਜਾਣੀ ਕੁਛ ਚਿੱਤ ਜਿਹਾ ਨਹੀਂ ਰਾਜੀ, ਖਬਰ ਨਹੀਂ ਭਗ ਜੀ ਹੋ ਗਈ। ਭਾਨੋ ਨੇ ਨਵੀਂ ਜੁੱਤੀ ਕਾਰਨ ਪਏ ਛਾਲਿਆਂ ਕਰਕੇ ਲੰਗੜਾਉਂਦਿਆਂ ਦੱਸਿਆ, ਮੈਨੂੰ ਤਾਂ ਲੱਗਦਾ ਤੈਨੂੰ ਨਜ਼ਰ ਲੱਗ ਗਈ ਕਿਸੇ ਦੀ। ਕੰਮ ਵੀ ਤਾਂ ਤੂੰ 4 ਤੀਵੀਆਂ ਜਿੰਨਾ ਕੀਤਾ। ਪਰ ਮੈਂ ਤੈਨੂੰ ਦੱਸਾਂ, ਕੋਈ ਨਾਮ ਨਹੀਂ ਦੇ ਜਾਂਦਾ ਹੁੰਦਾ, ਸਭ ਤੁਰਦੇ ਨੈਣ ਪ੍ਰਾਣਾਂ ਦੇ ਲਾਗੂ ਨੇ। ਤੂੰ ਮਾੜੂ ਦਾਸ ਦੀ ਗੁਫਾ ਜਾ ਕੇ ਥੌਲਾ ਕਰਾਇਆ, ਫੋਰੇ 'ਚ ਰਾਮ ਆਜੂ। ਮੇਰੀ ਵੀ ਕੁੜੀ ਦੀਆਂ ਇੱਕ ਵਾਰੀ ਜਿਉਂ ਆਈਆਂ ਅੱਖਾਂ ਦੁਖਣ, ਹਟਣ 'ਚ ਕਿਹੜਾ ਆਉਣ। ਫਿਰ ਕਿਸੇ ਨੇ ਦੱਸਿਆ ਵੀ ਕੁੜੀ ਕੰਨੀ ਤਾਂ ਕਿਸੇ ਦੀ ਝਾਕ ਹੋ ਗਈ। 4 ਡੰਗ ਥੌਲਾ ਕਰਵਾਇਆ, ਅੱਖਾਂ 'ਚ ਰਾਗਾਂ ਵਾਂਗੂ ਖੁੱਲ੍ਹ ਗਈਆਂ ਕੁੜੀ ਦੀਆਂ। ਊਂ ਤਾਂ ਆਪ ਹੀ ਡਾਕਟਰ ਦਿਓ ਵੀ ਦਾਰੂ ਲਿਆਇਆ ਸੀ, ਪਰ ਮੈਨੂੰ ਪਤਾ ਰਾਮ ਬਾਬੇ ਦੇ ਥੌਲੇ ਨਾਲ ਹੀ ਆਇਆ ਸੀ। ਲੈ ਆਪੇ ਆਜੂ ਰਾਮ ਨੂੰ ਕੀ ਹੁੰਦਾ ਆਪਾਂ ਨੂੰ। ਕਹਿੰਦੀ ਭਾਨੋ ਨੇ ਬਚਨੀ ਦਾ ਪੰਪ ਗੇੜ ਕੇ ਉਹ ਨਾਲ ਹੀ ਕਿੰਨਾ ਸਾਰਾ ਪਾਣੀ ਪੀਤਾ। ਤੂੰ ਗਲਾਸ ਲੈ ਲੈ, ਬਚਨੀ ਨੇ ਸੰਨੀ ਰਲਾਉਂਦਿਆਂ ਕਿਹਾ। ਬਸ ਕੋਈ ਨਹੀਂ, ਭਾਨੋ ਨੇ ਕਿਹਾ। ਕੁੜਤੀ ਦੀਆਂ ਕੂਣੀਆਂ ਤੱਕ ਚਲਿਆ ਗਿਆ ਪਾਣੀ ਨਿਚੋੜਦੀ ਉਹ ਆਪਣੇ ਘਰ ਨੂੰ ਤੁਰ ਪਈ। ਘਰ ਆ ਕੇ ਉਸਨੇ ਘੱਗਰਾ ਲਾ ਕੇ ਟੰਗਣੇ ਉੱਤੇ ਧਰਿਆ, ਸੰਦੂਕ ਹੇਠਾਂ ਜੁੱਤੀ ਖੋਲੀ, ਹਾਰੇ ਵਿੱਚੋਂ ਕੱਢ ਕੇ ਦਾਲ ਘੋਟੀ, ਰੋਟੀ ਲਾਹੀ। ਫਿਰ ਜਿਵੇਂ ਉਸਦੇ ਕਾਲਜੇ ਵਿੱਚ ਖੋਜ ਹੀ ਪਈ, ਉਸਨੇ ਕੌਲੀ ਵਿੱਚ ਦਾਲ ਪਾਈ ਤੇ ਹੱਥ ਉੱਤੇ ਹੀ ਰੱਖ ਕੇ 2 ਰੋਟੀਆਂ ਧਰ ਕੇ ਖਾਣ ਲੱਗ ਪਈ। ਅੱਜ ਤਾਂ ਬੁਰਕੀ ਜਾਣੀ ਉਸਦੇ ਮੂੰਹ ਵਿੱਚ ਫੁੱਲਦੀ ਸੀ। ਅੱਧੀ ਕੁ ਰੋਟੀ ਖਾ ਕੇ ਬਾਕੀ ਦੀ 1.5 ਰੋਟੀ ਉਸਨੇ ਕੁੱਤੇ ਨੂੰ ਪਾ ਦਿੱਤੀ ਤੇ ਉੱਠ ਕੇ ਹੱਥ ਧੋ ਲਏ। ਫਿਰ ਖਬਰੇ ਉਸਦੇ ਚਿੱਤ ਵਿੱਚ ਕੀ ਆਈ, ਚੱਕੀ ਉੱਤੇ ਮੈਂ ਦਾ ਦਾਣਾ ਦਲਣ ਬੈਠ ਗਈ। ਅੱਗੇ ਨਾ ਕਦੇ ਪਿੱਛੇ, ਪਰ ਅੱਜ ਭਾਣ ਨੂੰ ਦਾਣਾ ਦਲ ਰਹੀ ਸੀ। ਛੱਡ ਪਰੇ ਭਾਨੋ, ਮਸ਼ੀਨ ਤੇ ਦਲਾ ਲਿਆਵਾਂਗੇ, ਨਰੈਣ ਨੇ ਉਸਨੂੰ ਦਾਣਾ ਦਲਦੀ ਨੂੰ ਦੇਖ ਕੇ ਕਿਹਾ। ਖਬਰੇ ਚੱਕੀ ਦੇ ਖੜਕੇ ਵਿੱਚ ਗੱਲ ਭਾਨੋ ਨੂੰ ਸੁਣੀ ਜਾਂ ਨਹੀਂ, ਜਾਂ ਉਸਨੇ ਸੁਣ ਕੇ ਅਣਗੌਲੀ ਕਰਤੀ। ਉਹ ਉਸੇ ਤਰ੍ਹਾਂ ਹੀ ਦਾਣਾ ਦਲਦੀ ਰਹੀ। ਭਾਨੋ, ਅੱਜ ਤੈਨੂੰ ਕੀ ਹੋ ਗਿਆ? ਨਰੈਣ ਨੇ ਚੱਕੀ ਦਾ ਹੱਥਾ ਫੜਦਿਆਂ ਆਖਿਆ। ਭੱਖ ਜੀ ਹੋ ਗਈ ਸੀ, ਮੈਂ ਕਿਹਾ ਪਸੀਨਾ ਆ ਕੇ ਆਰਾਮ ਆ ਜਾਊਗਾ। ਆਪਦੀ ਉਹ ਡਾਕਟਰੀ ਘੋਟਣ ਬੈਠ ਜਾਂਦੀ ਆ, ਭੱਖ ਜੀ ਹੋ ਗਈ ਤਾਂ ਚੱਕੀ ਪੀਣ ਬੈਠ ਜਾਓ। ਦੇਖ ਤਾਂ ਮੂੰਹ ਦੇਖ, ਜਿਵੇਂ ਦੱਬ ਕੇ ਕੱਢੀ ਹੁੰਨੀ ਆ। ਨਰੈਣ ਨੇ ਉਸਨੂੰ ਪੀੜੀ ਤੋਂ ਉਠਾਲਦਿਆਂ ਕਿਹਾ, ਐ ਨਹੀਂ ਮੈਨੂੰ ਕੁਛ ਹੁੰਦਾ, ਬੇਲੋੜਿਆਂ ਬੰਦਿਆਂ ਦੀ ਤਾਂ ਰੱਬ ਨੂੰ ਵੀ ਲੋੜ ਨਹੀਂ। ਲੋੜ ਨਹੀਂ? ਮੈਂ ਤਾਂ ਤੇਰੇ ਬਿਨਾਂ ਯਤੀਮ ਆ, ਯਤੀਮ, ਜਿਹਦਾ ਨਾ ਹੋਰ ਕੋਈ ਅੰਬਾ ਨਾ ਬਾਬਾ। ਤੂੰ ਪੈ ਜਾ ਲੀੜਾ ਲੈ ਕੇ, ਮੈਂ ਜੇਠੂ ਨਾਈ ਤੋਂ ਪੁੜੀਆਂ ਲੈ ਕੇ ਆਉਣਾ। ਚਾਹ ਧਰ ਲੈ ਕੈੜੀ ਜੀ, ਫੋਰੇ 'ਚ ਰਾਮ ਆਜੂ। ਆਖਦਾ ਨਰੈਣ ਬਾਹਰ ਨੂੰ ਤੁਰ ਪਿਆ। ਬਾਹਰ ਬੇਹੀ ਵਿੱਚ ਚੂੜੀਆਂ ਵੇਚਣ ਵਾਲੇ ਮੁਨਿਆਰੇ ਨੇ ਹੋਕਾ ਦਿੱਤਾ। ਭਾਨੋ ਬਾਹਰ ਨਿਕਲੀ, ਚੂੜੀਆਂ ਵਾਲੇ ਨੂੰ ਸੱਦ ਲਿਆ। ਕਿੰਨਾ ਚਿਰ ਚੂੜੀਆਂ ਪਸੰਦ ਕਰਦੀ ਰਹੀ, ਭਾਅ ਬਣਾਉਂਦੀ ਰਹੀ। ਫਿਰ ਆਪ ਹੀ ਖਬਰ ਨਹੀਂ ਕੀ ਚਿੱਤ ਵਿੱਚ ਆਇਆ, ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ, ਚੱਲ ਰਹਿਣ ਦੇ ਵੇ ਭਾਈ, ਜਿਉਂਦੇ ਰਹੇ ਤਾਂ ਕਦੇ ਫੇਰ ਦੇਖੀ ਜਾਊ। ਮੁਨਿਆਰਾ ਕੁਝ ਕਹਿਣ ਹੀ ਵਾਲਾ ਸੀ ਕਿ ਉਹ ਬੇਹੀ ਵਿੱਚੋਂ ਆਪਣੇ ਅੰਦਰ ਜਾ ਵੜੀ। ਬਾਹਰ ਭੇੜ ਲਿਆ। ਬੁੜਬੁੜ ਕਰਦੇ ਮੁਨਿਆਰੇ ਨੇ ਖੁੱਲੀਆਂ ਚੂੜੀਆਂ ਗੁੱਛਿਆਂ ਵਿੱਚ ਪਾਈਆਂ ਤੇ ਡੱਗੀ ਬੰਨ ਕੇ ਚੂੜੀਆਂ ਚੜਾ ਲੋ ਦਾ ਹੋਕਾ ਦਿੰਦਾ ਅਗਾਂਹ ਨੂੰ ਤੁਰ ਪਿਆ।